गुड मॉर्निंग स्टूडेंट्स। ਅੱਜ ਆਪਾਂ ਸਿਵਿਕਸ ਦਾ ਚੈਪਟਰ ਕੱਲ੍ਹ ਸ਼ੁਰੂ ਕੀਤਾ ਸੀ ਕੌਨਸਟੀਟਿਊਸ਼ਨ ਵਾਲਾ, ਉਹਨੂੰ ਅੱਗੇ ਕੰਟੀਨਿਊ ਕਰਾਂਗੇ। ਕੱਲ੍ਹ ਆਪਾਂ ਰਾਜੇ ਪੜ੍ਹਿਆ ਸੀ ਕੌਨਸਟੀਟਿਊਸ਼ਨ ਦੀਆਂ ਫੀਚਰਸ, ਮੇਨਲੀ ਲੈਂਥੀ ਕੌਨਸਟੀਟਿਊਸ਼ਨ ਹੈ, ਫਲੈਕਸੀਬਲ ਅਤੇ ਰਿਗਿਡ ਹੈ, ਨਾਲ ਫੈਡਰਲ ਪੋਲਿਟੀ ਬਾਰੇ ਪੜ੍ਹਿਆ ਸੀ। ਅਗਲੀਆਂ 3 ਫੀਚਰਸ ਅੱਜ ਕਰਾਂਗੇ। ਸਭ ਤੋਂ ਪਹਿਲਾਂ ਆਉਂਦੀ ਹੈ ਇੰਡੀਪੈਂਡੈਂਟ ਜੁਡੀਸ਼ਰੀ, ਪਾਰਲੀਆਮੈਂਟਰੀ ਸਿਸਟਮ ਐਂਡ ਯੂਨੀਵਰਸਲ ਅਡਲਟ ਫਰੈਂਚਿਸ। ਬੇਟੇ ਇੱਕ ਗੌਰਮੈਂਟ ਦੇ ਵਿੱਚ 3 ਮੇਨਲੀ ਔਰਗਨ ਹੁੰਦੇ ਆ, 3 ਅੰਗ ਹੁੰਦੇ ਆ ਉਹਦੇ। ਲੈਜਿਸਲੇਚਰ, ਵਿਧਾਨ ਪਾਲਿਕਾ ਵਿਚ ਮੇਕ ਦਾ ਲਾਜ਼, ਐਗਜ਼ੀਕਿਊਟਿਵ ਕਾਰਜਪਾਲਿਕਾ, ਨਾਮ ਤੋਂ ਹੀ ਪਤਾ ਲੱਗਦਾ ਹੈ ਕਾਰਜਪਾਲਿਕਾ ਇਹਦੇ ਦੁਆਰਾ ਬਣਾਏ ਗਏ ਲਾਜ਼ ਨੂੰ ਇੰਪਲੀਮੈਂਟ ਕੌਣ ਕਰਦਾ ਹੈ? ਐਗਜ਼ੀਕਿਊਟਿਵ। ਦੈਨ ਜੁਡੀਸ਼ਰੀ ਨਿਆਂਪਾਲਿਕਾ, ਐਗਜ਼ੀਕਿਊਟਿਵ ਦੁਆਰਾ ਇੰਪਲੀਮੈਂਟ ਕੀਤੇ ਹੋਏ ਲਾਜ਼ ਦਾ ਕੋਈ ਵੀ ਉਲੰਘਣਾ ਨਾ ਕਰੇ, ਕੋਈ ਉਹਨਾਂ ਦੇ ਖਿਲਾਫ ਨਾ ਜਾਵੇ, ਉਹ ਸਾਰੀ ਚੀਜ਼ ਦਾ ਧਿਆਨ ਜੁਡੀਸ਼ਰੀ ਰੱਖਦੀ ਹੈ। ਇਹ ਤਿੰਨੋਂ ਔਰਗਨ ਸੈਂਟਰ ਦੇ ਵਿੱਚ ਕੰਮ ਕਰਦੇ ਆ, ਸੈਂਟਰਲ ਗਵਰਨਮੈਂਟ ਦੇ ਵਿੱਚ ਕੰਮ ਕਰਦੇ ਆ। ਸਭ ਤੋਂ ਪਹਿਲਾਂ ਗੱਲ ਕਰਾਂਗੇ ਇੰਡੀਪੈਂਡੈਂਟ ਜੁਡੀਸ਼ਰੀ ਦੀ। ਸੁਤੰਤਰ ਨਿਆਂਪਾਲਿਕਾ ਫੈਡਰਲ ਪੋਲਿਟੀ ਦੀ ਇੱਕ ਮੇਨ ਫੀਚਰ ਰਹੀ ਹੈ। ਨਿਆਂਪਾਲਿਕਾ ਉਹੀ ਸੁਤੰਤਰ ਹੋ ਸਕਦੀ ਹੈ ਜਿਹੜੀ ਬਿਨਾਂ ਕਿਸੇ ਐਕਸਟਰਨਲ ਅਤੇ ਇੰਟਰਨਲ ਇੰਟਰਫੇਅਰ ਦੇ ਆਪਦਾ ਕੰਮ ਸੁਤੰਤਰ ਹੋ ਕੇ ਕਰੇ। ਇਹਦੇ ਵਿੱਚ ਇਹ ਆਪਦੇ ਡਿਸੀਜ਼ਨ ਵਿਦਾਊਟ ਐਨੀ ਗਰੀਡ, ਕੋਰੀਜ਼ਨ ਅਤੇ ਪ੍ਰੈਸ਼ਰ ਦੇ ਸਕਦੀ ਆ, ਕਿਸੇ ਲਾਲਚ ਦੇ ਬਿਨਾਂ ਬਿਨਾਂ ਕਿਸੇ ਦੀ ਜ਼ਬਰਦਸਤੀ ਤੋਂ, ਬਿਨਾਂ ਕਿਸੇ ਦੇ ਪ੍ਰੈਸ਼ਰ ਪਾਏ ਤੋਂ ਫ੍ਰੀ ਹੋ ਕੇ ਆਪਦੇ ਸਾਰੇ ਡਿਸੀਜ਼ਨ ਦੇ ਸਕਦੀ ਆ। ਕੌਨਸਟੀਟਿਊਸ਼ਨ ਦੇ ਵਿੱਚ ਇੰਡੀਪੈਂਡੈਂਟ ਜੁਡੀਸ਼ਰੀ ਦੀ ਗੱਲ ਕੀਤੀ ਗਈ ਹੈ। ਇੰਡੀਪੈਂਡੈਂਟ ਜੁਡੀਸ਼ਰੀ ਦਾ ਜੋ ਫੀਚਰ ਹੈ ਉਹ ਕੌਨਸਟੀਟਿਊਸ਼ਨ ਦੇ ਵਿੱਚ ਸਾਨੂੰ ਮਿਲਦੀ ਹੈ। ਇੰਡੀਪੈਂਡੈਂਟ ਜੁਡੀਸ਼ਰੀ ਦੇ ਨਾਲ ਰਾਜੇ ਸਿਟੀਜ਼ਨ ਦੇ ਰਾਈਟਸ ਨੂੰ ਸਿਕਿਉਰ ਕੀਤਾ ਜਾ ਸਕਦਾ ਹੈ। ਜੁਡੀਸ਼ਰੀ ਨਿਆਂਪਾਲਿਕਾ ਇਸੇ ਕਰਕੇ ਹੁੰਦੀ ਹੈ ਕਿ ਸਾਡੇ ਸਿਟੀਜ਼ਨ ਦੇ, ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਸਕੇ, ਉਹਨਾਂ ਦੇ ਖਿਲਾਫ ਕੋਈ ਅਤਿਆਚਾਰ ਨਾ ਕਰ ਸਕੇ, ਉਹਨਾਂ 'ਤੇ ਕੋਈ ਜ਼ੁਲਮ ਨਾ ਕਰ ਸਕੇ। ਇਸੇ ਕਰਕੇ ਉਹਨਾਂ ਦੀ ਸਿਕਿਉਰਿਟੀ ਦੇ ਵਾਸਤੇ ਹੀ ਜੁਡੀਸ਼ਰੀ ਲਾਈ ਜਾਂਦੀ ਹੈ। ਜਿਵੇਂ ਆਪਣੇ ਹਾਈ ਕੋਰਟ, ਸੁਪਰੀਮ ਕੋਰਟਸ ਹੈ, ਉਹਨਾਂ ਦੇ ਵਿੱਚ ਆਪਾਂ ਜਾ ਕੇ ਨਿਆਂ ਲੈ ਸਕਦੇ ਹਾਂ। ਹੇਅਰ ਪਿਕਚਰ ਆਫ ਜੁਡੀਸ਼ਰੀ ਨਿਆਂਪਾਲਿਕਾ। ਸੁਤੰਤਰ ਨਿਆਂਪਾਲਿਕਾ ਦਾ ਕੰਮ ਲੋਕਾਂ ਨੂੰ ਨਿਆਂ ਦੇਣਾ, ਸਹੀ ਤਰੀਕੇ ਦੇ ਨਾਲ, ਬਿਨਾਂ ਕਿਸੇ ਪੱਖਪਾਤ ਕੀਤੇ, ਬਿਨਾਂ ਕਿਸੇ ਪੱਖ ਦੀ ਜਿਹੜੀ ਹੈਗੀ ਆ ਹਮਦਰਦੀ ਜਤਾਏ, ਬਿਨਾਂ ਕਿਸੇ ਪੱਖ ਦੇ ਨਾਲ ਸੁਤੰਤਰ ਨਿਆਂ ਦੇਣਾ, ਸਹੀ ਨਿਆਂ ਦੇਣਾ, ਸਾਰਿਆਂ ਨੂੰ ਇਹ ਜੁਡੀਸ਼ਰੀ ਦਾ ਕੰਮ ਹੈ। ਸੈਕਿੰਡ ਆਉਂਦਾ ਹੈ ਆਪਣੇ ਕੋਲ ਪਾਰਲੀਆਮੈਂਟਰੀ ਸਿਸਟਮ। ਰਾਜੇ 2 ਤਰ੍ਹਾਂ ਦੀ ਗਵਰਨਮੈਂਟ ਹੁੰਦੀ ਹੈ, ਜਿਹਨੂੰ ਆਪਾਂ ਇੱਕ ਪਾਰਲੀਆਮੈਂਟਰੀ ਗਵਰਨਮੈਂਟ, ਇੱਕ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ। ਇੰਡੀਆ ਦੇ ਵਿੱਚ ਪਾਰਲੀਆਮੈਂਟਰੀ ਗਵਰਨਮੈਂਟ ਹੈ। ਪਾਰਲੀਆਮੈਂਟਰੀ ਗਵਰਨਮੈਂਟ ਕਿੱਥੋਂ ਆਈ ਹੈ? ਇੰਗਲੈਂਡ ਦੀ ਗਵਰਨਮੈਂਟ ਤੋਂ ਆਈ ਹੈ। ਇੰਗਲੈਂਡ ਦੇ ਕੌਨਸਟੀਟਿਊਸ਼ਨ ਦੇ ਵਿੱਚ ਪਾਰਲੀਆਮੈਂਟਰੀ ਗਵਰਨਮੈਂਟ ਉਹਨਾਂ ਨੇ ਅਡੋਪਟ ਕੀਤਾ ਸੀ। ਜਦੋਂ ਕੌਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਉਹ ਨੇਤਾ ਨੇ, ਜਿਹੜੇ ਨੇਤਾ ਸੰਵਿਧਾਨ ਬਣਾਉਣ ਦੇ ਵਾਸਤੇ ਚੁਣੇ ਗਏ ਸੀ, ਉਹਨਾਂ ਨੇ ਸਾਰੇ ਦੇਸ਼ਾਂ ਦੇ ਸੰਵਿਧਾਨਾਂ ਨੂੰ ਪੜ੍ਹਿਆ, ਉਹਨਾਂ ਤੋਂ ਚੰਗੀਆਂ ਗੱਲਾਂ ਜਿਹੜੀਆਂ ਸੀ ਉਹਨਾਂ ਨੂੰ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਇਨਕਲੂਡ ਕਰ ਲਿਆ। ਸੋ ਇਹ ਜੋ ਸਿਸਟਮ ਸੀ ਇਹ ਇੰਗਲੈਂਡ ਦੇ ਵਿੱਚ ਸੀ ਪਹਿਲਾਂ। ਕਿਉਂਕਿ ਉੱਥੇ ਰਿਟਨ ਕੌਨਸਟੀਟਿਊਸ਼ਨ ਨਹੀਂ ਸੀਗਾ, ਤਾਂ ਕਰਕੇ ਉੱਥੋਂ ਦਾ ਸਾਰਾ ਪ੍ਰਸ਼ਾਸਨ ਜਿਹੜਾ ਸੀ ਉਹ ਕਸਟਮਸ, ਕਨਵੈਨਸ਼ਨਸ 'ਤੇ ਹੀ ਚੱਲਦਾ ਹੁੰਦਾ ਸੀ। ਤਾਂ ਕਰਕੇ ਉਹਨਾਂ ਦਾ ਜਿਹੜਾ ਪਾਰਲੀਆਮੈਂਟਰੀ ਸਿਸਟਮ ਸੀ ਉਹਨੂੰ ਆਪਾਂ ਅਡੋਪਟ ਕੀਤਾ, ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਅਡੋਪਟ ਕੀਤਾ ਗਿਆ ਪਾਰਲੀਆਮੈਂਟਰੀ ਸਿਸਟਮ। ਪਾਰਲੀਆਮੈਂਟਰੀ ਸਿਸਟਮ ਦੇ ਵਿੱਚ ਕੀ ਹੁੰਦਾ ਹੈ? ਲੈਜਿਸਲੇਚਰ, ਵਿਧਾਨ ਪਾਲਿਕਾ ਵਿਚ ਆਲਸੋ ਨੋਨ ਐਜ਼ ਪਾਰਲੀਆਮੈਂਟ। ਪਾਰਲੀਆਮੈਂਟ ਵੀ ਇਹਨੂੰ ਕਿਹਾ ਜਾਂਦਾ ਹੈ ਪਾਰਲੀਆਮੈਂਟ, ਇੰਡੀਅਨ ਪਾਰਲੀਆਮੈਂਟ। ਦੈਨ ਲੈਜਿਸਲੇਚਰ ਦੇ ਵਿੱਚ ਕੀ ਹੁੰਦਾ ਹੈ? ਪ੍ਰੈਜ਼ੀਡੈਂਟ ਹੁੰਦਾ ਹੈ, 2 ਸਦਨ ਹੁੰਦੇ ਆ, ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਦੇ ਮੈਂਬਰ ਡਾਇਰੈਕਟਲੀ ਲੋਕਾਂ ਦੁਆਰਾ ਚੁਣੇ ਜਾਂਦੇ ਆ ਥਰੂ ਦਾ ਪ੍ਰੋਸੈਸ ਆਫ ਇਲੈਕਸ਼ਨ। ਵੋਟਾਂ ਦੇ ਦੁਆਰਾ ਹੀ, ਇਲੈਕਸ਼ਨ ਦੇ ਦੁਆਰਾ ਚੁਣੇ ਜਾਂਦੇ ਆ। ਇਹਨਾਂ ਦੇ ਮੈਂਬਰਾਂ ਦੀ ਗਿਣਤੀ ਫਿਕਸਡ ਹੁੰਦੀ ਹੈ ਅਤੇ ਲੋਕ ਸਭਾ ਦੇ ਇਲੈਕਸ਼ਨ ਜਦੋਂ ਜਿੱਤ ਲਏ ਜਾਂਦੇ ਆ ਅਤੇ ਉਹਨਾਂ 'ਚੋਂ ਪ੍ਰਾਈਮ ਮਿਨਿਸਟਰ ਦੀ ਚੋਣ ਹੁੰਦੀ ਹੈ। ਮੰਨ ਲਓ ਇਲੈਕਸ਼ਨ ਦੇ ਵਿੱਚ ਆਪਾਂ ਨੂੰ ਪਤਾ ਹੈ ਬਹੁਤ ਸਾਰੀਆਂ ਪਾਰਟੀਜ਼ ਹੁੰਦੀਆਂ, ਬਹੁਤ ਸਾਰੀਆਂ ਪਾਰਟੀਜ਼
ਆਪੋ ਆਪਣੇ ਜਿਹੜੇ ਹੈਗੇ ਇਲਾਕੇ ਤੋਂ ਲੜਦੀਆਂ ਹੈ ਚੋਣਾਂ। ਉਹਨਾਂ ਦੇ ਵਿੱਚੋਂ ਜਿਹੜੀ ਪਾਰਟੀ ਮੈਜੋਰਟੀ ਹਾਸਲ ਕਰਦੀ ਹੈ, ਜਿਹਨੇ ਜ਼ਿਆਦਾ ਸੀਟਾਂ ਹਾਸਲ ਕੀਤੀਆਂ ਹੁੰਦੀਆਂ ਹੈ, ਤਾਂ ਉਸ ਨੂੰ ਮੌਕਾ ਮਿਲਦਾ ਹੈ ਸਰਕਾਰ ਬਣਾਉਣ ਦਾ। ਉਸ ਪਾਰਟੀ ਦੇ ਮੈਜੋਰਟੀ ਪਾਰਟੀ ਦੇ ਲੀਡਰ ਨੂੰ ਪ੍ਰਾਈਮ ਮਿਨਿਸਟਰ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਅਤੇ ਉਹ ਅੱਗੇ ਜਾ ਕੇ ਆਪਦੇ ਕੋਲੀਗਸ ਦੇ ਵਿੱਚੋਂ ਕਾਊਂਸਲ ਆਫ ਮਿਨਿਸਟਰ ਬਣਾਉਂਦਾ ਹੈ। ਪ੍ਰਾਈਮ ਮਿਨਿਸਟਰ ਹੋ ਗਿਆ, ਕਾਊਂਸਲ ਆਫ ਮਿਨਿਸਟਰ ਮਤਲਬ ਕਾਊਂਸਲ ਆਫ ਮਿਨਿਸਟਰ ਕੀ ਹੈ? ਮੰਤਰੀ ਮੰਡਲ, ਜਿਹਦੇ ਵਿੱਚ ਬਹੁਤ ਸਾਰੇ ਮੰਤਰੀ ਹੁੰਦੇ ਆ ਜਿਹੜੇ ਕਿ ਪ੍ਰਾਈਮ ਮਿਨਿਸਟਰ ਨੂੰ ਸਲਾਹ ਦੇਣ ਦੇ ਵਾਸਤੇ ਰੱਖੇ ਜਾਂਦੇ ਆ। ਤਾਂ ਜਦੋਂ ਜੇਕਰ ਰਾਜੇ ਮੈਜੋਰਟੀ ਹੁੰਦੀ ਹੈ ਕਿਸੇ ਇੱਕ ਪਾਰਟੀ ਦੀ, ਤਾਂ ਉਹ ਇੱਕ ਪਾਰਟੀ, ਉਹ ਕਲੀਅਰ ਗੱਲ ਹੈ ਕਿ ਉਹ ਫਾਰਮ ਕਰੂਗੀ ਗਵਰਨਮੈਂਟ ਨੂੰ। ਬਟ ਜੇ ਕਿਸੇ ਪਾਰਟੀ ਦੀ ਮੈਜੋਰਟੀ ਨਹੀਂ ਹੁੰਦੀ, ਕਿਸੇ ਨੂੰ ਵੀ ਮੈਜੋਰਟੀ ਨਹੀਂ ਮਿਲਦੀ ਇਲੈਕਸ਼ਨ ਦੇ ਵਿੱਚੋਂ, ਤਾਂ ਫਿਰ ਕੀ ਹੁੰਦਾ ਹੈ, 2-3 ਪਾਰਟੀਜ਼ ਰਲ ਕੇ ਮੈਜੋਰਟੀ ਹਾਸਲ ਕਰ ਲੈਂਦੀਆਂ ਹੈ ਆਪਸੀ ਕੋਆਪਰੇਸ਼ਨ ਦੇ ਨਾਲ, ਦੈਨ ਉਹ ਗਵਰਨਮੈਂਟ ਫਾਰਮ ਕਰਦੀਆਂ ਹੈ। ਉਸ ਤਰ੍ਹਾਂ ਦੀ ਗਵਰਨਮੈਂਟ ਨੂੰ ਕੋਲੀਸ਼ਨ ਗਵਰਨਮੈਂਟ ਕਿਹਾ ਜਾਂਦਾ ਹੈ। ਕਲੀਅਰ? Every country has different type of government and in India we have a parliamentary system of government। ਇਹ ਗੱਲ ਤੁਸੀਂ ਯਾਦ ਰੱਖਣੀ ਹੈ ਬੇਟੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਪ੍ਰਾਈਮ ਮਿਨਿਸਟਰ ਕਾਊਂਸਲ ਆਫ ਮਿਨਿਸਟਰ ਦੀਆਂ ਡਿਊਟੀਜ਼ ਦੀ। ਹੁਣ ਪ੍ਰਾਈਮ ਮਿਨਿਸਟਰ ਆਪਣੇ ਕੋਲੀਗਸ ਵਿੱਚੋਂ ਕਾਊਂਸਲ ਆਫ ਮਿਨਿਸਟਰ ਨੂੰ ਇਲੈਕਟ ਕਰਦਾ ਹੈ। ਪ੍ਰਾਈਮ ਮਿਨਿਸਟਰ ਇਹ ਦੇ ਨਾਲ ਕਾਊਂਸਲ ਆਫ ਮਿਨਿਸਟਰ ਇਹ ਮਿਲ ਕੇ ਪਾਰਲੀਮੈਂਟ ਦੇ ਵਿੱਚ ਐਗਜ਼ੀਕਿਊਟਿਵ ਬਣਾਉਂਦੇ ਆ, ਕਾਰਜਪਾਲਿਕਾ ਜਿਹਨੂੰ ਆਪਾਂ ਇੱਥੇ ਉੱਪਰ ਪੜ੍ਹ ਕੇ ਗਏ ਸੀਗੇ, ਐਗਜ਼ੀਕਿਊਟਿਵ ਬਣਾਉਂਦੇ ਆ, ਲਾਜ਼ ਨੂੰ ਇੰਪਲੀਮੈਂਟ ਕਰਦੇ ਆ ਅਤੇ ਇਹਨਾਂ ਦੀ ਲੈਜਿਸਲੇਚਰ ਦੇ ਲਈ ਪੂਰੀ ਜ਼ਿੰਮੇਵਾਰੀ ਬਣ ਜਾਂਦੀ ਆ। ਇਹ ਲੈਜਿਸਲੇਚਰ ਦੇ ਲਈ ਰਿਸਪੋਂਸੀਬਲ ਹੁੰਦੇ ਆ ਆਪਦੇ ਕੰਮਾਂ ਦੇ ਵਾਸਤੇ, ਆਪਦੀਆਂ ਐਕਟੀਵਿਟੀਜ਼ ਜੋ ਇਹਨਾਂ ਨੇ ਕੀਤੀਆਂ ਹੁੰਦੀਆਂ ਹੈ ਉਹਦੀ ਜਵਾਬਦੇਹੀ ਇਹਨਾਂ ਨੇ ਲੈਜਿਸਲੇਚਰ ਨੂੰ ਦੇਣੀ ਹੁੰਦੀ ਆ, ਪਾਰਲੀਮੈਂਟ ਨੂੰ ਦੇਣੀ ਹੁੰਦੀ ਆ। ਅੱਗੇ ਇਹਨਾਂ ਦੀ ਡਿਊ ਰਿਸਪੋਂਸੀਬਿਲਿਟੀ ਬਣ ਜਾਂਦੀ ਹੈ, ਮਤਲਬ ਕਲੈਕਟਿਵ ਰਿਸਪੋਂਸੀਬਿਲਿਟੀ ਬਣਦੀ ਹੈ ਇਹਨਾਂ ਦੀ ਕਿ ਜੋ ਵੀ ਡਿਸੀਜ਼ਨ ਲਏ ਜਾਂਦੇ ਆ ਮਿਨਿਸਟਰੀ ਦੇ ਦੁਆਰਾ ਲਏ ਜਾਂਦੇ ਆ, ਕੈਬਨਿਟ ਦੇ ਦੁਆਰਾ, ਕਾਊਂਸਲ ਆਫ ਮਿਨਿਸਟਰ ਦੁਆਰਾ ਜੋ ਵੀ ਡਿਸੀਜ਼ਨ ਲਏ ਜਾਂਦੇ ਆ ਉਹ ਗਵਰਨਮੈਂਟ ਡਿਸੀਜ਼ਨ ਹੀ ਬਣ ਜਾਂਦੇ ਆ ਅਤੇ ਆਪਦੇ ਡਿਸੀਜ਼ਨ ਦੇ ਵਾਸਤੇ ਵੀ ਇਹ ਗਵਰਨਮੈਂਟ ਨੂੰ ਰਿਸਪੋਂਸੀਬਲ ਹੁੰਦੇ ਆ। ਅੱਗੇ ਆਪਾਂ ਗੱਲ ਕਰਦੇ ਹਾਂ ਨੈਕਸਟ ਫੀਚਰ ਆਪਣਾ ਹੈਗਾ ਏ ਯੂਨੀਵਰਸਲ ਅਡਲਟ ਫਰੈਂਚਾਈਜ਼, ਬਾਲਗ ਮਤ ਅਧਿਕਾਰ। ਇਹ ਯੂਨੀਵਰਸਲ ਅਡਲਟ ਫਰੈਂਚਾਈਜ਼ ਵੀ ਇੱਕ ਜੋ ਹੈਗਾ ਫੈਡਰਲ ਪੋਲਿਟੀ ਦਾ ਮੇਨ ਫੀਚਰ ਹੁੰਦੀ ਹੈ। ਫੈਡਰਲ ਪੋਲਿਟੀ ਦੀ ਇੱਕ ਫੈਡਰਲ ਸਿਸਟਮ ਦੇ ਵਿੱਚ ਯੂਨੀਵਰਸਲ ਅਡਲਟ ਫਰੈਂਚਾਈਜ਼ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਇਹਦਾ ਮਤਲਬ ਕੀ ਹੈ ਰਾਜੇ? ਐਵਰੀ ਅਡਲਟ who has attained the age of 18 has right to vote without any discrimination। ਬੇਟੇ ਇਹਦਾ ਮਤਲਬ ਹੈ ਕਿ ਜਦੋਂ ਵੀ ਕੋਈ ਮੁੰਡਾ ਜਾਂ ਕੁੜੀ 18 ਸਾਲ ਦਾ ਹੋ ਜਾਂਦਾ ਹੈ ਤਾਂ 18 ਸਾਲ ਤੋਂ ਬਾਅਦ ਉਸ ਨੂੰ ਵੋਟ ਦਾ ਅਧਿਕਾਰ ਦਿੱਤਾ ਜਾਂਦਾ ਹੈ। ਉਹ ਬਿਨਾਂ ਕਿਸੇ ਭੇਦਭਾਵ ਦੇ, ਕਾਸਟ, ਕਰੀਡ, ਰਿਲੀਜ਼ਨ, ਸੈਕਸ, ਕਲਾਸ, ਕਿਸੇ ਵੀ ਤਰ੍ਹਾਂ ਦਾ ਭੇਦਭਾਵ ਤੋਂ ਬਿਨਾਂ ਉਹ ਵੋਟ ਦੇ ਸਕਦਾ ਹੈ, ਆਪਦੇ ਰੀਪ੍ਰਜੈਂਟੇਟਿਵ ਨੂੰ ਚੁਣ ਸਕਦਾ ਹੈ। ਜਿਹੜੇ ਉਹਦੇ ਚੁਣੇ ਹੋਏ ਰੀਪ੍ਰਜੈਂਟੇਟਿਵ ਹੋਣਗੇ, ਮਤਲਬ ਪ੍ਰਤੀਨਿਧ ਜਿਨ੍ਹਾਂ ਨੂੰ ਆਪਾਂ ਚੁਣਦੇ ਹਾਂ, ਉਹ ਹੋਣਗੇ ਤਾਂ ਉਹ ਇਹਨਾਂ ਦੇ ਵਾਸਤੇ ਜਵਾਬਦੇਹ ਹੋਣਗੇ ਕੰਮ ਦੇ ਵਾਸਤੇ। ਉਹ 3 ਤਰ੍ਹਾਂ ਦੇ ਬੇਟੇ ਜੋ ਗਵਰਨਮੈਂਟ ਹੈ ਉਹਦੇ 3 ਸਟੈਪ ਚੱਲਦੇ ਆ ਮੇਨਲੀ। ਲੋਕਲ ਗਵਰਨਮੈਂਟ, ਜਿਵੇਂ ਆਪਾਂ ਪੰਚਾਇਤੀ ਰਾਜ ਚੁਣ ਲੈਂਦੇ ਹਾਂ, ਪਿੰਡਾਂ ਦੀ ਪੰਚਾਇਤ ਚੁਣਦੇ ਹਾਂ। ਉਸ ਤੋਂ ਬਾਅਦ ਸਟੇਟ ਲੈਵਲ 'ਤੇ ਸਟੇਟ ਗਵਰਨਮੈਂਟ ਹੁੰਦੀ ਆ, ਦੈਨ ਸੈਂਟਰਲ ਗਵਰਨਮੈਂਟ ਹੁੰਦੀ ਹੈ। ਤਾਂ ਇੱਥੋਂ ਤੋਂ ਪ੍ਰੋਸੈਸ ਚੱਲਦਾ ਹੈ ਤਾਂ ਹੌਲੀ ਹੌਲੀ ਅੱਗੇ ਨੂੰ ਜਾਈ ਜਾਂਦਾ ਹੈ। ਯੂਨੀਵਰਸਲ ਅਡਲਟ ਫਰੈਂਚਾਈਜ਼ ਦੇ ਵਿੱਚ ਜਦੋਂ ਕੋਈ ਵੀ ਆਪਾਂ ਆਪਦੇ ਜੋ ਰੀਪ੍ਰਜੈਂਟੇਟਿਵ ਚੁਣਦੇ ਹਾਂ ਤਾਂ ਆਪਾਂ ਆਪਦੇ ਕੰਮਾਂ ਦੇ ਵਾਸਤੇ ਕਿਹਦੇ ਤੋਂ ਜਵਾਬ ਮੰਗਣਾ ਹੁੰਦਾ ਹੈ? ਉਹਨਾਂ ਤੋਂ ਹੀ, ਕਿਉਂਕਿ ਆਪਾਂ ਉਹਨਾਂ ਨੂੰ ਚੁਣਿਆ ਹੈ ਤਾਂ ਆਪਾਂ ਇਹੀ ਆਸ਼ਾ ਕਰਦੇ ਹੁੰਦੇ ਹਾਂ ਕਿ ਉਹ ਆਪਣੇ ਕੰਮ ਸਾਰੇ ਕਰਨ। ਜੇਕਰ ਕੋਈ ਕੰਮ ਨਹੀਂ ਹੁੰਦਾ ਤਾਂ ਆਪਾਂ ਉਹਨਾਂ ਤੋਂ ਜਵਾਬ ਮੰਗਦੇ ਹਾਂ ਤਾਂ ਉਹ ਆਪਣੇ ਲਈ ਰਿਸਪੋਂਸੀਬਲ ਹੋਣਗੇ, ਆਪਾਂ ਨੂੰ ਜਵਾਬਦੇਹ ਹੋਣਗੇ। ਆਪਣੀ ਪ੍ਰੀਐਂਬਲ ਕਿੱਥੋਂ ਸ਼ੁਰੂ ਹੁੰਦੀ ਹੈ? ਪ੍ਰੀਐਂਬਲ ਦੀ ਗੱਲ ਕੀਤੀ ਸੀ, ਵੀ ਦਾ ਪੀਪਲ ਆਫ ਇੰਡੀਆ, ਇੱਥੋਂ ਸ਼ੁਰੂ ਹੁੰਦੀ ਹੈ ਪ੍ਰੀਐਂਬਲ ਵੀ ਅਸੀਂ ਭਾਰਤ ਦੇ ਲੋਕ। ਇਸ ਦਾ ਮਤਲਬ ਕੀ ਹੈ ਕਿ ਸੁਪਰਮੇਸੀ ਇੰਡੀਆ ਦੇ ਵਿੱਚ ਪੀਪਲ ਦੀ ਹੈ। ਜੇ ਇੰਡੀਆ ਦੇ ਲੋਕ ਹੀ ਕੌਨਸਟੀਟਿਊਸ਼ਨ ਨੂੰ ਬਣਾਉਂਦੇ ਆ ਇੱਕ ਤਰੀਕੇ ਦੇ ਨਾਲ ਦੇਖਿਆ ਜਾਵੇ ਤਾਂ। ਬੇਟੇ ਮੈਨੂੰ ਉਮੀਦ ਆ ਵੀ ਤੁਸੀਂ ਇਹ ਸਿਵਿਕਸ ਦਾ ਜੋ ਚੈਪਟਰ ਆਪਾਂ ਸਟਾਰਟ ਕੀਤਾ ਹੈ ਇਹਨੂੰ ਬਹੁਤ ਇੰਟਰਸਟ ਦੇ ਨਾਲ ਪੜ੍ਹ ਰਹੇ ਹੋਵੋਗੇ। ਥੈਂਕਸ, ਹੈਵ ਅ ਨਾਈਸ ਡੇ।